सत श्री अकाल दोस्तों। अज असीं पढ़ांगे जी बायोस्फीयर बारे। बायोस्फीयर बायो का मतलब हुंदा जी लाइफ, स्फीयर का मतलब एरिया, मंडल, वो वाला खेतर जिथे जिथे लाइफ एग्जिस्ट करती है उन्होंने कहते जी बायोस्फीयर। ओके, आ देखो एक फोटो तो समझने की कोशिश करते हैं। आ साडी हैगी जी लिथोस्फीयर, धरती का उपरला पोर्शन। आ हैगा हाइड्रोस्फीयर, पानी पाया जाता समुंदर जिथे है ना, सारा जिथे पानी पाया जाता। आ हवा जी, एयर, एटमोसफेयर। तो जिहड़ी जिंदगी है ना, वो धरती की कुछ गहराई तक, पानी की कुछ गहराई तक, तो एटमोसफेयर में कुछ उचाई तक पाई जाती है। तो ये सारा जोन, ये सारा मंडल, ये सारा खेतर जिथे जिंदगी लाइफ पाई जाती है, असी उसनूं कह दिंदे आ जी बायोस्फीयर, या पंजाबी में कह दईए जीव मंडल। ठीक है जी। तुसीं एक गल याद रखनी है कि मेनस में जे तुहाडा मीडियम पंजाबी भी है ना, तो जे तुहानूं बायोस्फीयर का मतलब जीव मंडल नहीं पता, जीव मंडल नहीं पता, तो उत्थे फटाफट बायोस्फीयर ही लिख दो, कोई गल नहीं। ठीक है जी। पर कोशिश करो कि जीव मंडल लिखिए, पर जे नहीं पता तो बायोस्फीयर ही लिख दो। ओके जी। हुण आपां थोड़ा थोड़ा पढ़ लैंदे आ भी धरती ते, अर्थ ते जिहड़ी लैंड आ, भूमि आ, उस दी कुछ डूंघाई ते, भाव ठोस हिस्सा किहड़ा जी लिथोस्फीयर, उपर वाला हिस्सा ठोस हिस्सा लिथोस्फीयर। समुंदर की कुछ डूंघाई तक, भाव पानी विच, अर्थात हाइड्रोस्फीयर विच। ਅਤੇ ਧਰਤੀ ਦੀ ਸतह ਤੋਂ ਹਵਾ ਦੀ ਇੱਕ ਨਿਸ਼ਚਿਤ ਉਚਾਈ ਤੱਕ, ਵਾਯੂਮੰਡਲ ਤੱਕ ਵਿੱਚ ਇੱਕ ਨਿਸ਼ਚਿਤ ਉਚਾਈ ਤੱਕ ਜੀਵਨ ਮੌਜੂਦ ਹੈ। ਜੀਵਨ ਮੌਜੂਦ ਹੈ, ਲਾਈਫ ਐਗजिस्ट ਕਰਦੀ ਹੈ। ਇਹ ਖੇਤਰ ਜਿਸ ਵਿੱਚ ਜੀਵਨ ਮੌਜੂਦ ਹੈ, ਜੀਵਨ ਐਗजिस्ट ਕਰਦਾ ਹੈ, ਜੀਵ ਜੰਤੂ ਕੁਝ ਪਾਏ ਜਾਂਦੇ ਆ, ਉਸ ਨੂੰ ਬਾਇਓਸਫੀਅਰ ਕਿਹਾ ਜਾਂਦਾ ਹੈ, ਜੀਵ ਮੰਡਲ। ਠੀਕ ਹੈ ਜੀ। ਆ ਫੋਟੋ ਆਪਾਂ ਸਮਝ ਲਈ ਸੀ ਜੀ। ਹੁਣ ਦੇਖੋ, ਜਿਹੜਾ ਤਾਂ ਹੈ ਟਰੈਸ਼ੀਅਲ ਭਾਗ, ਸਾਇੰਟੀਫਿਕਲੀ ਅਸੀਂ ਟਰੈਸ਼ੀਅਲ ਕਹਿੰਦੇ ਆ, ਮਤਲਬ ਸਖਤ ਭੂਮੀ ਵਾਲਾ ਭਾਗ, ਭੂਮੀ ਵਾਲਾ ਭਾਗ। ਉਸ ਨੂੰ ਬਾਇਓਸਫੀਅਰ ਦੇ ਟਰੈਸ਼ੀਅਲ ਪਾਰਟ ਨੂੰ, ਭੂਮੀ ਵਾਲੇ ਪਾਰਟ ਨੂੰ ਅਸੀਂ ਬਾਇਓਮਸ ਵਿੱਚ ਵੰਡ ਸਕਦੇ ਹਾਂ। ਬਾਇਓਮ ਨਾਮਕ ਵਿਸ਼ਾਲ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ। ਠੀਕ ਹੈ ਨਾ। ਧਰਤੀ ਦੇ ਉੱਤੇ ਜਿਹੜਾ ਟਰੈਸ਼ੀਅਲ ਬਾਇਓਸਫੀਅਰ ਹੈ ਨਾ, ਆ ਦੇਖੋ ਇੱਥੋਂ ਫੋਟੋ ਦੇਖੋ, ਜਿਹੜਾ ਟਰੈਸ਼ੀਅਲ ਬਾਇਓਸਫੀਅਰ ਆ ਧਰਤੀ ਦੇ ਉੱਤੇ, ਅਸੀਂ ਉਹਨੂੰ ਕਈ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਤਾਂ ਇਹਨਾਂ ਹਿੱਸਿਆਂ ਨੂੰ ਕਹਿੰਦੇ ਆ ਜੀ ਬਾਇਓਮ। ਓਕੇ, ਇਹ ਬਾਇਓਮ ਵੱਖ-ਵੱਖ ਜਾਨਵਰ, ਬਨਸਪਤੀ, ਜਲਵਾਯੂ ਅਤੇ ਮਿੱਟੀ ਦੁਆਰਾ ਦਰਸਾਏ ਜਾਂਦੇ ਹਨ। ਭਾਵ ਇੱਥੇ ਵੱਖ-ਵੱਖ ਜੀਵ ਜੰਤੂ, ਪੌਦੇ, ਬਨਸਪਤੀ ਹੁੰਦੀ ਆ ਜੀ। ਇਹਨਾਂ ਦਾ ਵੱਖ-ਵੱਖ ਕਲਾਈਮੇਟ ਹੁੰਦਾ ਆ, ਇਹਨਾਂ ਦੀ ਆਪਣੀ ਆਪਣੀ ਸੋਇਲ ਹੁੰਦੀ ਆ। ਕੋਈ ਵੀ ਦੋ ਬਾਇਓਮ ਇੱਕੋ ਜਿਹੇ ਨਹੀਂ ਹੁੰਦੇ। ਇੰਪੋਰਟੈਂਟ ਪੁਆਇੰਟ ਹੈ ਜੀ। नो टू बायोम्स आर एग्जैक्टली सेम। कोई भी दो बायोम ਇੱਕੋ ਜਿਹੇ नहीं ਹੁੰਦੇ। मौसमी कारकां ਵਿੱਚੋਂ, ਠੀਕ ਹੈ ਜੀ, ਕਲਾਈਮੈਟਿਕ ਫੈਕਟਰਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਫੈਕਟਰ ਹੈ ਜੀ ਤਾਪਮਾਨ ਅਤੇ ਵਰਖਾ। ਕਿਸੇ ਇੱਕ ਬਾਇਓਮ ਨੂੰ ਦੂਜੇ ਬਾਇਓਮ ਨਾਲੋਂ ਅਲੱਗ ਕਰਦੇ ਜਿਹੜੇ ਫੈਕਟਰ ਆ ਨਾ, ਉਹਨਾਂ ਵਿੱਚੋਂ ਦੋ ਮੇਨ ਫੈਕਟਰ ਆ ਜੀ ਟੈਂਪਰੇਚਰ ਤੇ ਵਰਖਾ, ਟੈਂਪਰੇਚਰ ਐਂਡ ਰੇਨਫਾਲ। ਵੀ ਉਸ ਏਰੀਏ ਦਾ ਟੈਂਪਰੇਚਰ ਕਿੰਨਾ ਰਹਿ ਰਿਹਾ ਆ, ਉੱਥੇ ਕਿੰਨਾ ਕੁ ਮੀਂਹ ਪੈਂਦਾ ਆ। ਇਹ ਦੋ ਮੇਨ ਫੈਕਟਰ ਆ ਜੀ ਜਿਹੜੇ ਡਿਸਾਈਡ ਕਰਦੇ ਆ ਵੀ ਹਾਂ ਵੀ ਕੋਈ ਬਾਇਓਮ ਕਿਸ ਤਰ੍ਹਾਂ ਦਾ ਆ। ਠੀਕ, ਹੁਣ ਆਪਾਂ ਕੁਝ ਮਹੱਤਵਪੂਰਨ ਬਾਇਓਮ ਬਾਰੇ ਪੜ੍ਹਦੇ ਹਾਂ ਜੀ। ਪਹਿਲਾ ਹੈ ਜੀ ਟੁੰਡਰਾ ਬਾਇਓਮ। ਟੁੰਡਰਾ ਫੋਟੋ ਦੇਖ ਲਈਏ ਜੀ। ਆ ਦੇਖੋ ਧਰਤੀ ਹੈ ਜੀ, ਗੋਲ ਧਰਤੀ ਆ। ਇਹਦੇ ਜਿਹੜੇ ਨੌਰਥ ਤੇ ਸਾਊਥ, ਉੱਤਰ ਤੇ ਦੱਖਣ, ਉੱਤਰ ਦੱਖਣ ਦੋ ਧਰੁਬਾਂ, ਤੇ ਧਰੁਬਾਂ ਦੇ ਨਾਲ ਲੱਗਦੀ ਜਿਹੜੀ ਜ਼ਮੀਨ ਆ ਨਾ, ਉੱਥੇ ਬਹੁਤ ਠੰਡ ਪੈਂਦੀ ਆ। ਉਹਨੂੰ ਕਹਿ ਦਿੰਦੇ ਆ ਜੀ ਟੁੰਡਰਾ ਬਾਇਓਮ। ਆ ਨਕਸ਼ੇ ਵਿੱਚ ਦੇਖੋ, ਅਜੇ ਹਰੇ 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 ਖੇਤਰ ਆ ਨਾ, ਇਹ ਟੁੰਡਰਾ ਬਾਇਓਮ ਦੇ ਆ। ਠੀਕ, ਹੁਣ ਤੁਸੀਂ ਕਹੋਗੇ ਸਰ ਸਾਊਥ ਵਿੱਚ ਕਿਉਂ ਨਹੀਂ? ਸਾਊਥ ਵਿੱਚ ਇੰਨੀ ਜ਼ਮੀਨ ਨਹੀਂ ਹੈਗੀ, ਸਾਊਥ ਵਿੱਚ ਜ਼ਿਆਦਾਤਰ ਬਰਫ਼ ਆ। ਠੀਕ ਹੈ ਨਾ। ਨੌਰਥ ਵਿੱਚ ਜ਼ਮੀਨ ਹੈਗੀ ਆ, ਇਸ ਕਰਕੇ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਆਹ ਏਰੀਆ ਕੀ ਹੈ ਜੀ ਟੁੰਡਰਾ ਬਾਇਓਮ ਆ। ਓਕੇ ਜੀ। ਇਹ ਬਰਫ਼ ਨਾਲ ਢੱਕੇ ਉੱਤਰੀ ਅਤੇ ਦੱਖਣੀ ਧਰੁਬਾਂ, ਧਰੁਬਾਂ ਮਤਲਬ ਪੋਲਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਪਾਏ ਜਾਂਦੇ ਹਨ। ਇਹ ਗੱਲ ਹੋ ਗਈ। ਅੱਗੇ ਦੇਖੋ ਜੀ, ਇਹ ਖੇਤਰ ਰੁੱਖਾਂ ਤੋਂ ਸੱਖਣੇ ਹਨ। ਭਾਵ ਇੱਥੇ ਰੁੱਖ ਨਹੀਂ ਮਿਲਦੇ ਜੀ, ਰੁੱਖ ਨਹੀਂ ਮਿਲਦੇ। ਟੁੰਡਰਾ ਬਾਇਓਮ ਦੇ ਦੱਖਣੀ ਹਿੱਸੇ ਵਿੱਚ ਦੇਖੋ, ਇਸ ਤਰ੍ਹਾਂ ਯਾਦ ਰੱਖਿਓ ਤੁਸੀਂ
ਵੀ ਨੌਰਥ ਤੋਂ ਸਾਊਥ ਵੱਲ ਜਾਂਦੇ ਨਾ, ਸਾਊਥ ਛੱਡੋ, ਇਕੁਏਟਰ ਵੱਲ ਜਾਈਏ ਤਾਂ ਟੈਂਪਰੇਚਰ ਥੋੜ੍ਹਾ ਨੋਰਮਲ ਹੁੰਦਾ ਜਾਂਦਾ ਜੀ। ਜਿੱਦਾਂ ਹੀ ਨੌਰਥ ਵੱਲ ਜਾਵਾਂਗੇ ਤਾਂ ਜ਼ਿਆਦਾ ਬਰਫ਼, ਜ਼ਿਆਦਾ ਠੰਡੀ, ਹੌਲੀ ਹੌਲੀ ਥੱਲੇ ਆਵਾਂਗੇ ਤਾਂ ਟੈਂਪਰੇਚਰ ਥੋੜ੍ਹਾ ਘਟਦਾ। ਅਤੇ ਇਸ ਹਿਸਾਬ ਨਾਲ ਜਿਹੜਾ ਟੁੰਡਰਾ ਬਾਇਓਮ ਵੀ ਆ ਨਾ, ਉਹਦੇ ਸਾਊਥ ਹਿੱਸੇ ਵਿੱਚ ਜੇ ਆਪਾਂ ਜ਼ਮੀਨੀ ਬਨਸਪਤੀ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਛੋਟੀਆਂ ਛੋਟੀਆਂ ਝਾੜੀਆਂ, ਸਟੰਟਡ ਸ਼ਰਬਸ ਵਗੈਰਾ, ਝਾੜੀਆਂ ਮੀਨ ਪੇੜ ਨਹੀਂ, ਝਾੜੀਆਂ, ਝਾੜੀਆਂ ਸਮਝਦੇ ਜੀ। ਜਿੱਦਾਂ ਪੇੜ ਤਾਂ ਹੁੰਦਾ ਜੀ ਇਸ ਤਰ੍ਹਾਂ ਤਣਾ ਹੁੰਦਾ ਅਤੇ ਅੱਗੇ ਉੱਤੇ ਪੇੜ ਹੁੰਦਾ। ਝਾੜੀਆਂ ਹੁੰਦੀਆਂ ਜਿਹੜੀ ਜ਼ਮੀਨ ਤੋਂ ਹੀ ਇੱਦਾਂ ਨਿਕਲਦੀਆਂ ਹੁੰਦੀਆਂ ਜੀ, ਛੋਟੀਆਂ ਛੋਟੀਆਂ ਟਹਿਣੀਆਂ ਹੁੰਦੀਆਂ, ਉਹ ਹੁੰਦੀ ਝਾੜੀਆਂ, ਛੋਟੀਆਂ ਛੋਟੀਆਂ ਝਾੜੀਆਂ। ਅਤੇ ਨਾਲ ਹੀ ਲਾਈਕਨਸ ਅਤੇ ਮੌਜ਼ਸ ਇਹ ਪਾਏ ਜਾਂਦੇ ਆ। ਅਸੀਂ ਅੱਗੇ ਜਾ ਕੇ ਪੜ੍ਹਾਂਗੇ ਕਿ ਲਾਈਕਨ ਅਤੇ ਮੌਜ਼ਸ ਇਸ ਤਰ੍ਹਾਂ ਦੀ ਬਨਸਪਤੀ ਆ ਜਿਹੜੀ ਬਹੁਤ ਹੀ ਸਖਤ ਕਲਾਈਮੇਟ ਵਿੱਚ ਵੀ, ਬਹੁਤ ਹੀ ਹਾਰਸ਼ ਕਲਾਈਮੇਟ ਵਿੱਚ ਵੀ ਪੈਦਾ ਹੋ ਜਾਂਦੀ ਆ। ਅਤੇ ਹਾਰਸ਼ ਕਲਾਈਮੇਟ ਇੱਥੇ ਜੀ ਸਖਤ ਕਲਾਈਮੇਟ ਆ, ਬਹੁਤ ਜ਼ਿਆਦਾ ਠੰਡ ਪੈਂਦੀ ਆ, ਇਸ ਕਰਕੇ ਇੱਥੇ ਲਾਈਕਨ ਅਤੇ ਮੌਜ਼ਸ ਤਾਂ ਹੁੰਦੇ ਆ, ਨਾਲ ਨਾਲ ਥੋੜ੍ਹੀ ਥੋੜ੍ਹੀ ਛੋਟੀਆਂ ਝਾੜੀਆਂ ਵੀ ਮਿਲ ਜਾਂਦੀਆਂ ਕਿਤੇ ਸਾਊਥਰਨ ਪਾਰਟ ਵਿੱਚ। ਓਕੇ ਜੀ, ਹੁਣ ਗੱਲ ਆਉਂਦੀ ਹੈ ਇਹ ਲਾਈਕਨ ਕੀ ਹੁੰਦੇ ਜੀ। ਦੀਜ਼ ਆਰ ਕੰਪਲੈਕਸ ਲਾਈਫ ਫਾਰਮ, ਇਹ ਗੁੰਝਲਦਾਰ ਜੀਵਨ ਰੂਪ ਆ ਜੀ, ਜੋ ਕਿ ਦੋ ਵੱਖ-ਵੱਖ ਜੀਵਾਂ ਦੇ ਸਿੰਬਾਇਓਟਿਕ ਪਾਰਟਨਰਸ਼ਿਪ ਤੋਂ ਬਣਦਾ ਜੀ। ਦੋ ਵੱਖ-ਵੱਖ ਜੀਵ ਇਕੱਠੇ ਰਹਿੰਦੇ ਆ, ਉਹ ਸਹਿ ਜੀਵ ਭਾਈਵਾਲੀ ਕਰਦੇ ਆ ਜੀ, ਇਕੱਠੇ ਰਹਿੰਦੇ ਆ ਇੱਕ ਦੂਜੇ ਦੀ। ਇਕੱਠੇ ਰਹਿਣ ਨਾਲ ਕੀ ਹੁੰਦਾ ਜੀ, ਸਿੰਬਾਇਓਟਿਕ ਰਿਲੇਸ਼ਨਸ਼ਿਪ ਵਿੱਚ ਕੀ ਹੁੰਦਾ, ਇੱਕ ਦੂਜੇ ਦੀ ਹੈਲਪ ਹੁੰਦੀ ਆ। ਓਕੇ, ਦੇਖੋ ਇੱਕ ਹੁੰਦਾ ਜੀ ਇਹਨਾਂ ਵਿੱਚ ਫੰਗਸ, ਜਿਹਨੂੰ ਆਪਾਂ ਕਹਿ ਦਈਏ ਪੰਜਾਬੀ ਵਿੱਚ ਉੱਲੀ, ਅਤੇ ਦੂਸਰਾ ਹੁੰਦਾ ਜੀ ਐਲਗੀ। ਠੀਕ ਹੈ ਜੀ, ਐਲਗੀ ਅਤੇ ਉੱਲੀ। ਜਦੋਂ ਪਾਣੀ ਜੰਮ ਜਾਂਦਾ ਕਿਤੇ, ਤੁਸੀਂ ਦੇਖਿਓ ਹਰੇ ਰੰਗ ਦੀ ਆਪਾਂ ਕਹਿੰਦੇ ਕਾਈ ਜੀ ਜੰਮ ਗਈ ਆ, ਉਹਨੂੰ ਕਹਿੰਦੇ ਜੀ ਐਲਗੀ। ਹੁਣ ਐਲਗੀ ਆ, ਦੇਖੋ ਐਲਗੀ ਵਿੱਚ ਹਰਾ ਰੰਗ ਹੁੰਦਾ, ਜ਼ਾਹਿਰ ਦੀ ਗੱਲ ਆ ਫਿਰ ਇਹ ਫੋਟੋਸਿੰਥੈਸਿਸ ਕਰੇਗਾ, ਫੂਡ ਦਾ ਪ੍ਰੋਡਕਸ਼ਨ ਕਰੇਗਾ, ਅਤੇ ਫੰਗਸ ਨੂੰ ਫੂਡ ਮਿਲਿਆ, ਅਤੇ ਫੰਗਸ ਨੇ ਐਲਗੀ ਨੂੰ ਰਹਿਣ ਲਈ ਜਗ੍ਹਾ ਦਿੱਤੀ। ਤੁਸੀਂ ਇਹ ਗੱਲ ਯਾਦ ਰੱਖਣੀ ਆ ਕਿ ਜਿਹੜਾ ਲਾਈਕਨ ਹੁੰਦਾ ਆ ਕੰਪਲੈਕਸ ਲਾਈਫ ਫਾਰਮ ਆ, ਜਿਹੜਾ ਕਿ ਫੰਗਸ ਅਤੇ ਐਲਗੀ ਦਾ ਸਿੰਬਾਇਓਟਿਕ ਪਾਰਟਨਰਸ਼ਿਪ ਹੈ। ਉਹਦੇ ਵਿੱਚ ਫੰਗਸ ਵੀ ਹੁੰਦੀ ਹੈ ਅਤੇ ਐਲਗੀ ਵੀ ਹੁੰਦੀ ਆ, ਉਹ ਦੋਨੋਂ ਇਕੱਠੇ ਰਹਿੰਦੇ ਆ। ਸਹਿ ਜੀਵ ਭਾਈਵਾਲੀ ਹੈ, ਸਿੰਬਾਇਓਟਿਕ ਪਾਰਟਨਰਸ਼ਿਪ ਹੈ। ਇਹ ਪ੍ਰਸ਼ਨ ਆ ਜਾਂਦਾ ਜੀ ਕਿ ਲਾਈਕਨ ਵਿੱਚ ਕਿੰਨਾ ਦਾ ਸਿੰਬਾਇਓਟਿਕ ਪਾਰਟਨਰਸ਼ਿਪ ਹੈ, ਉਹ ਹੈ ਜੀ ਫੰਗਸ ਅਤੇ ਐਲਗੀ ਦਾ। ਓਕੇ ਜੀ, ਫੰਗਸ ਨੂੰ ਕਹਿੰਦੇ ਆ ਪੰਜਾਬੀ ਵਿੱਚ ਉੱਲੀ, ਅਤੇ ਐਲਗੀ ਨੂੰ ਕਹਿੰਦੇ ਜੀ, ਐਲਗੀ ਨੂੰ ਕਾਈ ਕਹਿ ਸਕਦੇ ਹਾਂ। ਓਕੇ, ਪਰ ਡੋਮੀਨੈਂਟ ਪਾਰਟਨਰ ਆ ਨਾ ਜਿਹੜਾ ਪ੍ਰਮੁੱਖ ਭਾਈਵਾਲ, ਉਹ ਫੰਗਸ ਹੁੰਦਾ ਆ, ਜੋ ਕਿ ਲਾਈਕਨ ਨੂੰ ਇਸ ਦੀਆਂ ਜ਼ਿਆਦਾਤਰ ਵਿਸ਼ੇਸ਼ਤਾਵਾਂ, ਪ੍ਰੋਪਰਟੀਜ਼ ਪ੍ਰਦਾਨ ਕਰਦਾ। ਤਾਂ ਡੋਮੀਨੈਂਟ ਪਾਰਟਨਰ ਕਿਹੜਾ ਹੋ ਗਿਆ ਜੀ, ਫੰਗਸ। ਓਕੇ, ਆਪਾਂ ਲਾਈਕਨ ਦੀ ਫੋਟੋ ਦੇਖ ਲਈਏ ਜੀ, ਇੱਦਾਂ ਦੀ ਹੁੰਦੀ ਹੈ ਲਾਈਕਨ। ਓਕੇ, ਇਸ ਤਰ੍ਹਾਂ ਦੀ ਹੁੰਦੀ ਲਾਈਕਨ। ਅੱਗੇ ਹੈ ਜੀ ਮੌਸਸ ਹੁੰਦਾ ਜੀ ਗੈਰ ਫੁੱਲਾਂ ਵਾਲੇ ਪੌਦੇ, ਇਹਨਾਂ ਨੂੰ ਫੁੱਲ ਨਹੀਂ ਲੱਗਦੇ, ਜੋ ਕਿ ਬੀਜਾਣੂ ਮਤਲਬ ਸਪੋਰਸ ਪੈਦਾ ਕਰਦੇ ਹਨ। ਸਪੋਰਸ ਹੁੰਦੇ ਜੀ ਛੋਟੇ ਛੋਟੇ ਕਣ, ਜਿਸ ਤਰ੍ਹਾਂ ਫੁੱਲ ਦੇ ਉੱਤੇ ਹੱਥ ਲਾਓ ਤੁਹਾਨੂੰ ਪਾਊਡਰ ਜਿਹਾ ਲੱਗ ਜਾਂਦਾ ਨਾ ਉਂਗਲੀ 'ਤੇ, ਉਹ ਸਪੋਰਸ ਹੁੰਦੇ ਜੀ। ਸਪੋਰਸ ਬੀਜਾਣੂ ਪੈਦਾ ਕਰਦੇ ਹਨ ਛੋਟੇ ਛੋਟੇ। ਇਸ ਦੇ ਤਣੇ ਅਤੇ ਪੱਤੇ ਹੁੰਦੇ ਹਨ, ਪਰ ਅਸਲੀ ਜੜ ਨਹੀਂ ਹੁੰਦੀ। ਅਸਲ ਰੂਪ ਵਿੱਚ ਇਹਨਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ, ਤਣੇ ਹੁੰਦੇ ਆ, ਪੱਤੇ ਹੁੰਦੇ ਆ, ਪਰ ਜੜ੍ਹਾਂ ਨਹੀਂ ਹੁੰਦੀਆਂ। ਓਕੇ, ਸਪੋਰਸ ਹੁੰਦੇ ਜੀ, ਛੋਟੇ ਛੋਟੇ ਸਪੋਰਸ ਪੈਦਾ ਕਰਦੇ ਆ। ਦੇਖੋ ਕਿਹੜੇ ਕਿਹੜੇ ਜਾਨਵਰ ਪਾਏ ਜਾਂਦੇ ਆ, ਰੇਨਡੀਅਰ, ਪੋਲਰ ਬੀਅਰ, ਧਰੁਵੀ ਰਿਛ, ਆਰਕਟਿਕ ਲੂੰਬੜੀ, ਆਰਕਟਿਕ ਫੌਕਸ, ਬਰਫੀਲੇ ਉੱਲੂ, ਸਨੋਈ ਔਲ ਵਗੈਰਾ ਇੱਥੇ ਜਾਨਵਰ ਪਾਏ ਜਾਂਦੇ ਆ। ਇੱਥੇ ਰੀਂਗਣ ਵਾਲੇ ਜੀਵ, ਰੈਪਟਾਈਲਸ, ਜਿਹੜੇ ਰੀਂਗ ਕੇ ਚੱਲਦੇ ਆ, ਜਿਹੜਾ ਸੱਪ ਹੋ ਗਿਆ ਧਰਤੀ ਦੇ ਨਾਲ ਰੀਂਗ ਕੇ ਚੱਲਦੇ ਆ, ਹੈ ਨਾ, ਮਗਰਮੱਛ ਹੋ ਗਿਆ, ਕਿਰਲੀ ਹੋ ਗਈ, ਅਤੇ ਓਬੀਵੀਆਂ ਪੰਜਾਬੀ ਦਾ ਸ਼ਬਦ ਆ, ਯਾਦ ਰਹਿ ਗਿਆ ਠੀਕ ਆ, ਨਹੀਂ ਤਾਂ ਤੁਸੀਂ ਐਮਫੀਬੀਅਨਸ ਯਾਦ ਰੱਖਣਾ। ਐਮਫੀਬੀਅਨਸ ਕਿਹੜੇ ਹੁੰਦੇ, ਜਿਹੜੇ ਪਾਣੀ ਅਤੇ ਧਰਤੀ ਦੋਵਾਂ 'ਤੇ ਰਹਿੰਦੇ ਆ, ਇਹ ਲਗਭਗ ਗੈਰ ਹਾਜ਼ਰ ਹੁੰਦੇ ਆ। ਰੀਂਗਣ ਵਾਲੇ ਜੀਵਾਂ ਨੂੰ ਕਹਿੰਦੇ ਜੀ ਰੈਪਟਾਈਲਸ, ਅਤੇ ਐਮਫੀਬੀਅਨਸ ਇਹ ਗੈਰ ਹਾਜ਼ਰ ਹੁੰਦੇ ਆ ਜੀ, ਇਹ ਨਹੀਂ ਮਿਲਦੇ ਇੱਥੇ। ਹੁਣ ਥੋੜ੍ਹਾ ਪੜ੍ਹ ਲਈਏ ਰੈਪਟਾਈਲਸ ਕੀ ਹੁੰਦੇ ਆ ਜੀ। ਦੇਖੋ ਰੈਪਟਾਈਲਸ ਮਤਲਬ ਰੀਂਗਣ ਵਾਲੇ ਜੀਵ, ਜਿਹੜੇ ਧਰਤੀ ਨਾਲ ਰੀਂਗ ਕੇ ਚੱਲਦੇ ਆ। ਇਹ ਠੰਡੇ ਖੂਨ ਵਾਲੇ ਵਰਟੀਬ੍ਰੇਟਸ ਹੁੰਦੇ ਆ। ਵਰਟੀਬ੍ਰੇਟਸ ਮਤਲਬ ਰੀੜ੍ਹਧਾਰੀ, ਇਹਨਾਂ ਦੀ ਰੀੜ੍ਹ ਦੀ ਹੱਡੀ ਹੁੰਦੀ ਆ, ਸਪਾਈਨਲ ਕਾਲਮ ਹੁੰਦਾ ਆ। ਜਿੱਦਾਂ ਇਨਸਾਨ ਸਾਡੇ ਇੱਥੇ ਪਿੱਛੇ
ਗਰਦਨ ਤੋਂ ਥੱਲੇ ਰੀੜ੍ਹ ਦੀ ਹੱਡੀ ਜਾਂਦੀ ਹੈ ਨਾ, ਉਸ ਹਿਸਾਬ ਨਾਲ ਇਹਨਾਂ ਦੇ ਰੀੜ੍ਹ ਦੀ ਹੱਡੀ ਹੁੰਦੀ ਹੈ। ਇਹ ਠੰਡੇ ਖੂਨ ਵਾਲੇ ਹੁੰਦੇ ਆ। ਠੰਡੇ ਖੂਨ ਦਾ ਮਤਲਬ ਇਹ ਬਾਹਰੀ ਟੈਂਪਰੇਚਰ ਦੇ ਹਿਸਾਬ ਨਾਲ ਜਲਦੀ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਪਾਉਂਦੇ, ਜਲਦੀ ਆਪਣਾ ਟੈਂਪਰੇਚਰ ਵਧਾ ਨਹੀਂ ਪਾਉਂਦੇ, ਟੈਂਪਰੇਚਰ ਠੰਡਾ ਰਹਿੰਦਾ। ਇਹਨਾਂ ਦੀ ਚਮੜੀ ਖੁਸ਼ਕ ਹੁੰਦੀ ਹੈ ਜੀ, ਸੁੱਕੀ ਹੁੰਦੀ ਹੈ, ਜਿਸ ਦੇ ਸਕੇਲ ਹੁੰਦੇ ਹਨ। ਸਕੇਲ ਕੀ ਹੁੰਦਾ? ਜਿੱਦਾਂ ਹੁਣ ਸੱਪ ਆ, ਕੋਈ ਸੱਪ ਦੀ ਜੋ ਚੱਲਦਾ, ਸੱਪ ਦੇ ਜਿਹੜਾ ਉਲਟਾ ਪਾਸਾ ਹੁੰਦਾ ਨਾ, ਉਹਤੇ ਸਕੇਲ ਹੁੰਦੇ ਆ। ਉਹ ਸਕੇਲ ਧਰਤੀ ਦੇ ਉੱਤੇ ਰਗੜ ਕੇ ਚੱਲਣ ਵਿੱਚ ਮਦਦ ਕਰਦੇ ਆ। ਸਕੇਲ ਹੁੰਦੇ ਆ ਜਾਂ ਹੱਡੀਆਂ ਦੀਆਂ ਪਲੇਟਾਂ ਹੁੰਦੀਆਂ ਜੀ, ਇਹਨਾਂ ਦੀ ਬੋਡੀ ਹੱਡੀ ਦੀ ਪਲੇਟ ਨਾਲ ਢਕੀ ਹੁੰਦੀ ਆ। ਜਾਂ ਸਕੇਲ ਹੁੰਦੇ ਆ ਜਾਂ ਹੱਡੀਆਂ ਦੀਆਂ ਪਲੇਟਾਂ ਨਾਲ ਇਹਨਾਂ ਦਾ ਸਰੀਰ ਢਕਿਆ ਹੁੰਦਾ ਹੈ। ਤਾਂ ਇਹ ਆਮ ਤੌਰ 'ਤੇ ਸੌਫਟ ਸ਼ੈੱਲ, ਨਰਮ ਪਰਤ ਵਾਲੇ ਆਂਡੇ ਦਿੰਦੇ ਹਨ। ਅਜਿਹੇ ਆਂਡੇ ਜਿਨ੍ਹਾਂ ਦੀ ਜਿਹੜੀ ਕਵਰਿੰਗ ਆ, ਬਾਹਰਲਾ ਹਿੱਸਾ ਆ, ਉਹ ਨਰਮ ਹੁੰਦਾ ਆ, ਅਜਿਹੇ ਆਂਡੇ ਦਿੰਦੇ ਹਨ। ਉਦਾਹਰਨ ਦੇਖ ਲਓ ਜੀ, ਸੱਪ ਹੋ ਗਿਆ, ਕਿਰਲੀ, ਮਗਰਮੱਛ, ਇਹ ਕੀ ਆ ਜੀ? ਰੈਪਟਾਈਲਸ ਆ। ਓਕੇ। ਐਂਫੀਬੀਅਨਸ ਕੀ ਹੁੰਦੇ ਆ? ਐਂਫੀਬੀਅਨਸ ਓਬੀਵੀਆਂ ਕਹਿੰਦੇ ਜੀ ਪੰਜਾਬੀ ਵਿੱਚ। ਇਹ ਵੀ ਠੰਡੇ ਖੂਨ ਵਾਲੇ ਰੀੜ੍ਹਧਾਰੀ ਹੁੰਦੇ ਹਨ। ਇਹਨਾਂ ਦੇ ਸਰੀਰ 'ਤੇ ਸਕੇਲ ਨਹੀਂ ਹੁੰਦੇ। ਉਹ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਪਾਣੀ ਵਿੱਚ ਅਤੇ ਕੁਝ ਹਿੱਸਾ ਜ਼ਮੀਨ ਵਿੱਚ ਰਹਿੰਦੇ ਹਨ। ਪਾਣੀ ਅਤੇ ਜ਼ਮੀਨ ਦੋਵਾਂ ਵਿੱਚ ਰਹਿੰਦੇ ਆ। ਉਦਾਹਰਨ ਆ ਜੀ ਡੱਡੂ। ਓਕੇ। ਡੱਡੂ ਦੀ ਬੋਡੀ 'ਤੇ ਕਹਿੰਦੇ ਸਕੇਲ ਨਹੀਂ ਹੁੰਦੇ। ਯਾਦ ਰਹੇ, ਜਿਹੜਾ ਟਰਟਲ ਆ ਨਾ, ਟਰਟਲ, ਛੋਟਾ ਕੱਛੂ, ਉਹ ਇੱਕ ਰੀਂਗਣ ਵਾਲਾ ਰੈਪਟਾਈਲ ਹੈ। ਟਰਟਲ ਤੁਹਾਨੂੰ ਲੱਗੇਗਾ, ਕੱਛੂ ਲੱਗੇਗਾ ਕਿ ਹਾਂ ਵੀ ਇਹ ਤਾਂ ਪਾਣੀ ਵਿੱਚ ਵੀ ਤੈਰ ਸਕਦਾ, ਜ਼ਮੀਨ 'ਤੇ ਵੀ ਰਹਿੰਦਾ, ਪਰ ਇਹਦੀ ਪ੍ਰੋਪਰਟੀਆਂ ਦੇ ਹਿਸਾਬ ਨਾਲ ਨਾ ਇਹ ਐਂਫੀਬੀਅਨ ਨਹੀਂ ਆ, ਇਹ ਰੈਪਟਾਈਲ ਆ ਜੀ। ਜ਼ਾਹਿਰ ਦੀ ਗੱਲ ਆ ਕਿ ਇਹਦੀ ਬੋਡੀ 'ਤੇ ਸਕੇਲ ਹੋਣਗੇ। ਓਕੇ ਜੀ, ਇਹ ਗੱਲ ਹੋ ਗਈ। ਅੱਗੇ ਆਉਂਦੇ ਜੀ, ਦੂਸਰਾ ਬਾਇਓਮ ਆ ਜੀ ਟੈਗਾ। ਟੁੰਡਰਾ ਤੋਂ ਥੋੜ੍ਹਾ ਥੱਲੇ ਟੈਗਾ ਬਾਇਓਮ ਆ ਜਾਂਦਾ। ਆ ਦੇਖੋ ਜੀ, ਆ ਉੱਤੇ ਸੀ ਟੁੰਡਰਾ, ਉਸ ਤੋਂ ਥੱਲੇ ਆ ਗਿਆ ਟੈਗਾ। ਆ ਸਾਰਾ ਖੇਤਰ ਟੈਗਾ ਬਾਇਓਮ ਵਿੱਚ ਆ ਗਿਆ। ਆ ਦੇਖੋ ਜੀ, ਆ ਕੈਨੇਡਾ ਦਾ ਏਰੀਆ ਕਿੰਨਾ ਆ ਗਿਆ, ਆ ਯੂਰੋਪ ਦਾ, ਉੱਤਰੀ ਯੂਰੋਪ ਸਾਰਾ ਆ ਗਿਆ ਜੀ, ਰਸ਼ੀਆ ਦਾ ਪੋਰਸ਼ਨ ਕਿੰਨਾ ਆ ਗਿਆ। ਆ ਸਾਰਾ ਕੀ ਹੈ ਜੀ? ਟੈਗਾ ਬਾਇਓਮ ਆ। ਠੀਕ। ਹੁਣ ਇੱਥੇ ਟੈਂਪਰੇਚਰ ਟੁੰਡਰਾ ਨਾਲੋਂ ਥੋੜ੍ਹਾ ਦਰਮਿਆਨਾ ਹੋਏਗਾ, ਉਨਾ ਜ਼ਿਆਦਾ ਘੱਟ ਟੈਂਪਰੇਚਰ ਨਹੀਂ ਹੋਏਗਾ। ਦੇਖਾ ਨਾ? ਠੀਕ ਆ, ਹੋ ਗਿਆ ਜੀ। ਹਾਂ, ਪੜ੍ਹਦੇ ਹਾਂ। ਇਹ ਉੱਤਰੀ ਯੂਰਪ, ਏਸ਼ੀਆ ਅਤੇ ਉੱਤਰੀ ਅਮਰੀਕਾ ਵਿੱਚ ਮਿਲਦੇ ਹਨ। ਇੱਥੇ ਜਿਹੜਾ ਤਾਪਮਾਨ ਆ ਉਹ ਟੁੰਡਰਾ ਨਾਲੋਂ ਦਰਮਿਆਨਾ, ਭਾਵ ਘੱਟ ਠੰਡਾ ਹੈ। ਇਹਨਾਂ ਨੂੰ ਬੋਰੀਅਲ ਜੰਗਲ, ਬੋਰੀਅਲ ਫੋਰੈਸਟ ਵੀ ਕਿਹਾ ਜਾਂਦਾ ਹੈ। ਬੋਰੀਅਲ ਫੋਰੈਸਟ ਵਜੋਂ ਇਹ ਜਾਣੇ ਜਾਂਦੇ ਹਨ। ਪ੍ਰਸ਼ਨ ਆ ਜਾਏਗਾ, ਬੋਰੀਅਲ ਫੋਰੈਸਟ ਕਿਹੜੇ ਆ ਜੀ? ਟੈਗਾ ਫੋਰੈਸਟ। ਜੀ ਫਲੋਰਾ ਦੀ ਗੱਲ ਕਰੀਏ, ਫਲੋਰਾ ਹੁੰਦੇ ਜੀ ਬਨਸਪਤੀ, ਫੌਨਾ ਹੋ ਗਏ ਜੀਵ ਜੰਤੂ। ਫਲੋਰਾ ਮਤਲਬ ਵੈਜੀਟੇਸ਼ਨ ਜਾਂ ਬਨਸਪਤੀ। ਇਸ ਵਿੱਚ ਸਦਾ ਬਹਾਰ ਸ਼ੰਕੂਧਾਰੀ ਬਨਸਪਤੀ, ਐਵਰਗ੍ਰੀਨ ਦਾ ਮਤਲਬ ਜਿਹੜੇ ਆਪਣੇ ਪੱਤੇ ਨਹੀਂ ਝਾੜਦੇ। ਕੋਨੀਫੋਰਸ ਮਤਲਬ ਸ਼ੰਕੂ ਦੀ ਆਕਾਰ ਦੇ, ਕੋਨ ਦੀ ਆਕਾਰ ਦੇ, ਇੱਦਾਂ ਦੇ ਆਕਾਰ ਦੇ ਵੈਜੀਟੇਸ਼ਨ ਜ਼ਿਆਦਾ ਮਿਲਦੀ ਆ, ਇਸ ਦਾ ਦਬਦਬਾ ਹੈ। ਤੇ ਕਿਹੜੇ ਆ ਜੀ ਦਰਖਤ? ਸਪਰੂਸ ਹੋ ਗਿਆ, ਪਾਈਨ ਹੋ ਗਿਆ, ਫੀਰ ਵਗੈਰਾ ਇੱਥੇ ਮਿਲਦੇ ਆ। ਫੋਟੋ ਦੇਖ ਲੈਣੇ ਜੀ, ਜ਼ਿਆਦਾ ਕਲੈਰਿਟੀ ਹੋਏਗੀ। ਆ ਦੇਖੋ, ਇਸ ਤਰ੍ਹਾਂ ਦੇ ਦਰਖਤ ਜਿਹੜੇ ਕਿ ਸ਼ੰਕੂਧਾਰੀ ਆ, ਕੋਨੀਫੋਰਸ ਆ, ਐਵਰਗ੍ਰੀਨ ਆ, ਇਸ ਤਰ੍ਹਾਂ ਦੇ ਸ਼ੇਪ ਵਾਲੇ। ਦੇਖੋ ਸਪਰੂਸ, ਆ ਸਪਰੂਸ ਹੋ ਗਿਆ ਜੀ, ਆ ਹੋ ਗਿਆ ਪਾਈਨ। ਓਕੇ। ਜੇ ਤੁਹਾਨੂੰ ਕੋਈ ਪੁੱਛ ਲਏ ਸਪਰੂਸ, ਪਾਈਨ, ਫੀਅਰਸ ਕਿੱਥੇ ਮਿਲਦੇ ਆ, ਉਹ ਜੀ ਟੈਗਾ ਵਿੱਚ। ਠੀਕ ਹੈ ਜੀ। ਜੀਵ ਜੰਤੂਆਂ ਦੀ ਗੱਲ ਕਰੀਏ, ਜਾਨਵਰਾਂ ਦੀ ਗੱਲ ਕਰੀਏ, ਭਾਵ ਫੌਨਾ ਦੀ ਗੱਲ ਕਰੀਏ, ਤਾਂ ਇਸ ਵਿੱਚ ਫਰ ਵਾਲੇ ਮਾਸਾਹਾਰੀ ਜਾਨਵਰ, ਅਜਿਹੇ ਜਾਨਵਰ ਜਿਹੜੇ ਮਾਸ ਖਾਂਦੇ ਆ ਤੇ ਉਹਨਾਂ ਦੀ ਸਰੀਰ ਉੱਤੇ ਮੋਟੀ ਫਰ ਹੁੰਦੀ ਹੈ ਜੀ। ਸਾਈਬੇਰੀਅਨ ਟਾਈਗਰ ਇੱਥੇ ਮਿਲਦੇ ਆ ਜੀ, ਬਾਜ, ਲਿਟਲ ਮਿੰਕ, ਐਲਕਸ, ਪਿਊਮਾ, ਬਘਿਆੜ, ਭੇੜੀਆ, ਵੌਲਫਸ ਵਗੈਰਾ ਇੱਥੇ ਮਿਲਦੇ ਆ। ਫੋਟੋ ਦੇਖ ਲਓ ਜੀ, ਐਲਕ ਆ ਹੋ ਗਿਆ ਜੀ, ਐਲਕ, ਇਹਨੂੰ ਕਹਿੰਦੇ ਐਲਕ। ਮਿੰਕ ਆ ਹੋ ਗਿਆ ਜੀ। ਹੁਣ ਜੇ ਤੁਹਾਨੂੰ ਪੁੱਛਿਆ ਜਾਵੇ ਐਲਕ ਕਿੱਥੇ ਮਿਲਦੇ ਆ, ਐਲਕ ਮਿਲਦੇ ਆ ਉਸ ਏਰੀਏ ਵਿੱਚ, ਮਿੰਕ ਮਿਲਦੇ ਆ, ਤੇ ਦੱਸੋ ਜੀ ਉਹ ਕਿਹੜਾ ਏਰੀਆ ਆ? ਉਹ ਕਿਹੜਾ ਹੈ ਜੀ? ਟੈਗਾ। ਉਹ ਟੈਗਾ ਬਾਇਓਮ ਆ ਜੀ। ਅੱਛਾ, ਠੀਕ ਹੈ ਜੀ। ਇਹ ਹੁਣ ਮੇਨ ਕੁਝ ਗੱਲਾਂ ਅਸੀਂ ਦੇਖੀਆਂ। ਨੈਕਸਟ ਕਲਾਸ ਵਿੱਚ ਇੱਕ ਹੋਰ ਬਾਇਓਮ ਪੜ੍ਹਾਂਗੇ ਅਸੀਂ।
ਠੀਕ ਹੈ, ਇਹਨੂੰ ਤੁਸੀਂ ਸਮਝ ਲੈਣਾ ਜੀ। ਇਹਨਾਂ ਵਿੱਚੋਂ ਕਾਫੀ ਪ੍ਰਸ਼ਨ ਬਣਦੇ ਆ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।